ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਉਂਦਿਆਂ ਕਿਹਾ ਹੈ ਕਿ ਆਖਿਰ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਪ੍ਰਦੂਸ਼ਣ ਵੱਧ ਰਿਹਾ ਹੈ ਉਸ ਨੂੰ ਰੋਕਣ ਦੇ ਲਈ ਸਰਕਾਰ ਕੀ ਕਰ ਰਹੀ ਹੈ। ਇਹ ਸਵਾਲ ਹੋਰ ਜ਼ਿਆਦਾ ਵਾਜਿਬ ਹੋ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਦਿੱਲੀ ਜਿਹੜੀ ਹੈ ਉਹ ਬਿਲਕੁਲ ਗੈਸ ਚੈਂਬਰ ਦੇ ਵਿੱਚ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ। ਇੱਥੇ ਸਾਹ ਲੈਣ ਦਾ ਮਤਲਬ ਹੈ ਜ਼ਹਿਰ ਨੂੰ ਅੰਦਰ ਲੈ ਕੇ ਜਾਣਾ। ਇਸ ਤੇ ਆਧਾਰਿਤ ਹੈ ਸਾਡੀ ਅੱਜ ਦੀ ਖਾਸ ਪੇਸ਼ਕਸ਼। ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਦਿੱਲੀ ਸਰਕਾਰ ਨੇ ਇੱਕ ਨਵਾਂ ਫਾਰਮੂਲਾ ਤਿਆਰ ਕੀਤਾ ਹੈ। ਉਹ ਫਾਰਮੂਲਾ ਹੈ ਕਿ ਈਵਨ ਤੇ ਔਡ ਗੱਡੀਆਂ ਨੂੰ ਵੱਖ-ਵੱਖ ਦਿਨ ਚਲਾਇਆ ਜਾਏ। ਹਾਲਾਂਕਿ ਇਸ ਫੈਸਲੇ ਨੂੰ ਲੈ ਕੇ ਸ਼ਸ਼ੋਪੰਜ ਜਿਹੜੀ ਬਰਕਰਾਰ ਹੈ, ਪਰ ਜੇਕਰ ਕੁਝ ਸ਼ੋਧਾਂ ਦੇ ਨਾਲ ਇਸ ਫੈਸਲੇ ਨੂੰ ਲਾਗੂ ਕੀਤਾ ਜਾਏ ਤੇ ਇੱਕ ਵੱਡੇ ਚੇਂਜ ਦੀ ਉਮੀਦ ਜਿਹੜੀ ਹੈ ਕੀਤੀ ਜਾ ਸਕਦੀ ਹੈ। ਦਿੱਲੀ ਦੇ ਵੱਧਦੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੇ ਲਈ ਕੇਜਰੀਵਾਲ ਸਰਕਾਰ ਨੇ ਇੱਕ ਫੈਸਲਾ ਲਿਆ ਹੈ। ਹੁਣ ਦਿੱਲੀ ਦੀ ਸੜਕਾਂ ਤੇ ਗੱਡੀਆਂ ਦੀ ਗਿਣਤੀ ਘੱਟ ਕਰਨ ਦੇ ਲਈ 1 ਜਨਵਰੀ ਤੋਂ ਈਵਨ ਤੇ ਔਡ ਨੰਬਰ ਦੇ ਮੁਤਾਬਿਕ ਗੱਡੀਆਂ ਚੱਲਣਗੀਆਂ। ਫੈਸਲਾ ਲਾਗੂ ਹੋਣ ਤੇ ਦਿੱਲੀ ਦੀ ਸੜਕਾਂ ਤੇ ਗੱਡੀਆਂ ਦਾ दबाव ਘੱਟ ਹੋਏਗਾ ਤੇ ਪ੍ਰਦੂषण ਦੇ ਪੱਧਰ ਨੂੰ ਘੱਟ ਕਰਨ ਦੇ ਵਿੱਚ ਮਦਦ ਮਿलेगी। मेरे बहुत सारे ऐसे दोस्त हैं जिन्होंने कार फ्री डे से मतलब प्रेरित होकर के अब ऑफिस जो है सो वो मेट्रो और पब्लिक ट्रांसपोर्ट से जाने लगे हैं। दूसरी चीज़ है कि ये इवन और ऑड करने से एक फ़ायदा होगा। जो पॉल्यूशन है, आज सबसे ज़्यादा पॉल्यूशन अगर दिल्ली के अंदर हो रहा है तो वो प्राइवेट कार्स की वजह से हो रहा है, क्योंकि उनकी संख्या लाखों में है। तो आप 50% कर्ब डाउन कर पाओगे, है ना। ये बहुत ही अच्छा इनिशिएटिव है। अगर मान लीजिए टोटल गाड़ियाँ 80 लाख है दिल्ली शहर के अंदर, जैसा कि एक डेटा बताता है, तो एक दिन में सड़क पे 40 लाख गाड़ियाँ उतरेगी और दूसरे दिन सड़क पे बाकी 40 लाख उतरेगी। तो 50% मतलब जो पॉल्यूशन है उसमें कर्ब डाउन हो जाएगा। और ये तो हम सब लोगों की जिम्मेदारी है। देखिए, थोड़ा सा तो तकलीफ भी सहना पड़ेगा, थोड़ा सा एडजस्टमेंट भी करना पड़ेगा, थोड़ा सा अपना कल्चर चेंज करना पड़ेगा कि हमें पब्लिक ट्रांसपोर्ट भी इस्तेमाल करना पड़ेगा। आपके पास कितनी गाड़ी है? हमारे पास तो मात्र एक गाड़ी। तो जिस दिन उस गाड़ी का नंबर होगा उस दिन तो चल जाएगी, बाकी दिन आप लोग क्या करेंगे? रेस्ट करेंगे, काम नहीं होगा, क्या होगा? नहीं नहीं, मेट्रो पे चलेंगे, बस पे चलेंगे, ऑटो पे चलेंगे और बहुत सारी पब्लिक ट्रांसपोर्ट है। और उसके बाद भी अभी सरकार उस पे अमेंडमेंट में भी लगी हुई है, जो उस तरह की भी और भी दिक्कत आएगी। ई रिक्शा है, एक बार ट्राई तो करके देखिए जो उससे क्या समस्या आ रही है। ऐसा होना नहीं चाहिए। किसी के लिए, किसी के घर में बच्चा पैदा होता है या किसी को इमरजेंसी है मेडिकल, तो जा नहीं सकता इस चक्कर में। और कभी किसी को ज़रूरी काम है, ऑफिस जाना है, अब कैसे जाएंगे? कई लोगों का ऐसा ऑफिस है जहाँ पे बस या मेट्रो नहीं जाती है, तो वहाँ पे मैनेज करना मुश्किल है ना। हालांकि दिल्ली पुलिस कमिश्नर BS बसी ने इस फैसले ਨੂੰ ਲਾਗੂ ਕਰਨਾ ਖਾਸਾ ਮੁਸ਼ਕਿਲ ਦੱਸਿਆ ਹੈ। ਸਰਕਾਰ ਨੇ ਦਿੱਲੀ ਦੀ ਸੜਕਾਂ ਤੇ ਤਕਰੀਬਨ 50% ਵਾਹਨਾਂ ਨੂੰ ਘੱਟ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਬਦਰਪੁਰ ਇਲਾਕੇ ਵਿੱਚ ਸਥਿਤ ਇੱਕ ਥਰਮਲ ਪਾਵਰ ਪਲਾਂਟ ਦੀ ਇਕਾਈ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਹੈ। ਦੱਸਣਾ ਚਾਹਾਂਗੇ ਕਿ ਪ੍ਰਦੂਸ਼ਣ ਤੇ ਚਿੰਤਾ ਜਤਾਉਂਦਿਆਂ ਹੋਇਆਂ ਬੀਤੇ ਦਿਨੀ ਹਾਈ ਕੋਰਟ ਨੇ ਕਿਹਾ ਸੀ ਕਿ ਦਿੱਲੀ ਦੇ ਵਿੱਚ ਰਹਿਣਾ ਗੈਸ ਚੈਂਬਰ ਦੇ ਵਿੱਚ ਰਹਿਣ ਵਰਗਾ ਹੈ। ਅਦਾਲਤ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ ਦੇ ਲਈ ਕੀਤੇ ਜਾ ਰਹੇ ਕੰਮਾਂ ਦੀ 21 ਦਸੰਬਰ ਤੱਕ ਰਿਪੋਰਟ ਮੰਗੀ ਹੈ। ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਕਰੜੇ ਰੁਖ ਤੋਂ ਬਾਅਦ ਦਿੱਲੀ ਸਰਕਾਰ ਨੇ ਇੱਕ ਬੈਠਕ ਬੁਲਾਈ ਸੀ, ਜਿਸ ਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਸ਼ਹਿਰ ਦੇ ਵਿੱਚ ਹੁਣ ਵੱਖ-ਵੱਖ ਦਿਨ ਦੇ ਹਿਸਾਬ ਦੇ ਨਾਲ ਔਡ ਤੇ ਈਵਨ ਨੰਬਰ ਦੀ ਗੱਡੀਆਂ ਚੱਲਣਗੀਆਂ। ਹਾਲਾਂਕਿ ਪਹਿਲਾਂ ਪਹਿਲ 2 ਪਹੀਆ ਵਾਹਨ ਵੀ ਇਸ ਲੜੀ ਦੇ ਵਿੱਚ ਸ਼ਾਮਿਲ ਸਨ, ਪਰ ਹੁਣ ਇਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਐਤਵਾਰ ਨੂੰ ਵੀ ਇਹ ਕਾਨੂੰਨ ਲਾਗੂ ਨਾ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਪੂਰੇ ਅਮਲ ਨੂੰ 1 ਜਨਵਰੀ ਤੋਂ ਲਾਗੂ ਕੀਤਾ ਜਾਣਾ ਹੈ। ਪ੍ਰੈਕਟੀਕਲੀ ਇਸ ਪਲੈਨਿੰਗ ਵਿੱਚ ਕਮਜ਼ੋਰੀ ਹੋਣ ਕਰਕੇ ਹਾਲੇ ਤੱਕ ਇਸ ਨੂੰ ਫਾਈਨਲ ਨਹੀਂ ਕੀਤਾ ਗਿਆ। ਇਸ ਨਵੇਂ ਫਾਰਮੂਲੇ ਤੇ ਚਰਚਾ ਕਰਨ ਦੇ ਲਈ ਹੀ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਕੈਬਨਿਟ ਦੀ ਬੈਠਕ ਬੁਲਾਈ ਤੇ ਇਸ ਉੱਤੇ ਡੂੰਘਾ ਵਿਚਾਰ ਵਟਾਂਦਰਾ ਕਰਕੇ ਵਿੱਚ ਦਾ ਰਾਹ ਅਖਤਿਆਰ ਕਰਨ ਦੀ ਯੋਜਨਾ ਬਣਾਈ ਹੈ। ਬੈਠਕ ਦੇ ਵਿੱਚ ਇਹ ਫੈਸਲਾ ਆਇਆ ਕਿ ਕਾਰਾਂ ਦੇ ਔਡ ਤੇ ਈਵਨ ਨੰਬਰ ਫਾਰਮੂਲੇ ਉੱਤੇ ਦਿੱਲੀ ਸਰਕਾਰ 25 ਦਸੰਬਰ ਨੂੰ ਪੂਰਾ ਪਲਾਨ ਦੇਗੀ ਤੇ ਇਸ ਦੇ ਲੇਆਊਟ ਮੁਤਾਬਿਕ 1 ਜਨਵਰੀ ਤੋਂ 15 ਜਨਵਰੀ ਤੱਕ ਇਸ ਫਾਰਮੂਲੇ ਦਾ ਪਹਿਲਾ ਫੇਜ਼ ਲਾਗੂ ਹੋਏਗਾ ਤੇ ਇਹ ਫੇਜ਼ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਲਾਗੂ ਹੋਏਗਾ। ਫਿਲਹਾਲ ਹਾਲੇ ਇਸ ਦੇ ਵਿੱਚ ਬਹੁਤ ਕੁਝ ਹੋਣਾ ਬਾਕੀ ਹੈ, ਜੋ ਕਿ ਆਉਂਦੇ ਸਮੇਂ ਦੇ ਨਾਲ ਹੀ ਸਾਫ਼ ਹੋ ਸਕੇਗਾ। ਦੱਸਣਾ ਚਾਹਾਂਗੇ ਕਿ ਜੇਕਰ ਇਹ ਫਾਰਮੂਲਾ ਇਵੇਂ ਦਾ ਤਿਵੇਂ ਲਾਗੂ ਹੁੰਦਾ ਹੈ ਤਾਂ ਉਸ ਮੁਤਾਬਿਕ ਤੁਹਾਡੀ ਗੱਡੀ ਦਾ ਨੰਬਰ ਜੇਕਰ 13579 ਤੋਂ ਸ਼ੁਰੂ ਹੁੰਦਾ ਹੈ ਤਾਂ ਇਹ ਔਡ ਨੰਬਰ ਹੋਏਗਾ। ਇਸ ਨੰਬਰ ਦੀ ਗੱਡੀਆਂ ਮਹੀਨੇ ਦੇ ਵਿੱਚ 15 ਦਿਨ ਜਾਂ ਫਿਰ ਆਲਟਰਨੇਟ ਡੇ ਤੇ ਚੱਲਣਗੀਆਂ। ਜੇਕਰ ਤੁਹਾਡੀ ਗੱਡੀ ਦਾ ਨੰਬਰ 24680 ਹੈ ਤਾਂ ਇਹ ਈਵਨ ਗੱਡੀ ਹੈ, यानी इस दिन ऑड नंबर की गड्डी नहीं चलेगी। यानी जिस दिन ऑड नंबर की गड्डी नहीं चलेगी उस दिन ईवन नंबर की गड्डी चलेगी। तो जेकर सोमवार नूं तुसीं गड्डी लैके निकलोगे तो अगले दिन यानी मंगलवार नूं गड्डी नहीं कट पाओगे। ਜੇਕਰ ਇਸ ਫੈਸਲੇ ਨੂੰ ਹੂਬਹੂ ਇਦਾਂ ਹੀ ਲਾਗੂ ਕਰ ਦਿੱਤਾ ਜਾਂਦਾ ਹੈ ਤੇ ਕੁਝ ਚੀਜ਼ਾਂ ਐਸੀਆਂ ਨੇ ਜੋ ਕਿ ਬਿਲਕੁਲ ਵੀ ਠੀਕ ਨਹੀਂ ਰਹਿਣਗੀਆਂ। ਜਿਵੇਂ ਕਿ ਸਮਝ ਲਵੋ ਕਿ ਕੋਈ ਬਾਰਾਤ ਜਿਹੜੀ ਹੈ ਸੋਮਵਾਰ ਨੂੰ ਈਵਨ ਗੱਡੀ ਦੇ ਉੱਤੇ ਜਾ ਰਹੀ ਹੈ,
ਤੇ ਉਹ ਮੰਗਲਵਾਰ ਨੂੰ ਵਾਪਸ ਨਹੀਂ ਪਰਤੇ ਜਾ ਸਕਦੇ, ਯਾਨੀ ਕਿ ਬਰਾਤੀ ਜਿਹੜੇ ਨੇ ਇੱਕ ਦਿਨ ਹੋਰ ਬਰਾਤੀ ਰਹਿਣਗੇ। ਕਿਹੜੇ ਨੰਬਰ ਦੀ ਗੱਡੀ ਕਦ ਚਲੇਗੀ, ਇਸ ਫੈਸਲੇ ਤੇ ਵਿਵਾਦ ਤਾਂ ਨਹੀਂ ਹੈ, ਪਰ ਸ਼ਸ਼ੋਪਨ ਦੀ ਸਥਿਤੀ ਜ਼ਰੂਰ ਬਣੀ ਹੋਈ ਹੈ। ਮੋਟਰਸਾਈਕਲ ਵਾਲਿਆਂ ਤੇ ਇਹ ਨਿਯਮ ਲਾਗੂ ਹੋਵੇਗਾ ਜਾਂ ਨਹੀਂ, ਇਹ ਵੀ ਸਾਫ਼ ਨਹੀਂ। ਪਰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਆਪਣੇ ਮੰਤਰੀ ਵੀ ਵੱਖੋ-ਵੱਖ ਰਾਏ ਇਸ ਮੁੱਦੇ ਤੇ ਰੱਖ ਰਹੇ ਨੇ। ਦਫ਼ਤਰਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਵਿੱਚ ਵੀ ਇਸ ਗੱਲ ਦੀ ਖੂਬ ਚਰਚਾ ਇਹਨਾਂ ਦਿਨੀ ਚੱਲ ਰਹੀ ਹੈ ਕਿ ਜੇਕਰ ਕੋਈ ਵਿਅਕਤੀ ਨਾਈਟ ਸ਼ਿਫਟ ਦੇ ਵਿੱਚ ਦਿੱਲੀ ਦਫ਼ਤਰ ਆਉਂਦਾ ਹੈ ਤਾਂ ਸਵੇਰੇ ਉਹ ਕਿਸ ਗੱਡੀ ਤੇ ਜਾਏਗਾ, ਜਾਂ ਫਿਰ ਜੇਕਰ ਇੱਕ ਵਿਅਕਤੀ ਆਪਣੀ ਬਰਾਤ ਔਡ ਨੰਬਰ ਤੇ ਲੈ ਕੇ ਆ ਰਿਹਾ ਹੈ ਤਾਂ ਅਗਲੇ ਦਿਨ ਉਹ ਈਵਨ ਨੰਬਰ ਤੋਂ ਗੱਡੀ ਕਿਵੇਂ ਲੈ ਕੇ ਜਾਏਗਾ। ਇਸ ਨੂੰ ਲਾਗੂ ਕੀਤੇ ਜਾਣ ਨੂੰ ਲੈ ਕੇ ਵੀ ਕਾਫੀ ਉਲਝਣਾਂ ਸਾਹਮਣੇ ਆ ਰਹੀਆਂ ਨੇ। ਦਿੱਲੀ ਪੁਲਿਸ ਤੇ ਦਿੱਲੀ ਸਰਕਾਰ ਦੇ ਵਿੱਚ ਖਟਪਟ ਤਾਂ ਪਹਿਲਾਂ ਹੀ ਚੱਲ ਰਹੀ ਹੈ, ਤਾਂ ਅਜਿਹੇ ਦੇ ਵਿੱਚ ਇਹ ਵੀ ਲੱਗ ਰਿਹਾ ਹੈ ਕਿ ਦਿੱਲੀ ਸਰਕਾਰ ਨੇ ਪੁਲਿਸ ਦੇ ਹੱਥ ਵਿੱਚ ਕਿਤੇ ਲੋਕਾਂ ਨੂੰ ਤੰਗ ਕਰਨ ਦੇ ਲਈ ਕੋਈ ਹਥਿਆਰ ਤਾਂ ਨਹੀਂ ਦੇ ਦਿੱਤਾ। ਦੂਜੇ ਪਾਸੇ ਦਿੱਲੀ ਦੇ ਵਿੱਚ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਕੰਮ ਕਰਨ ਆਉਂਦੇ ਨੇ। ਹੁਣ ਉਹਨਾਂ ਦਾ ਕੀ ਹੋਏਗਾ? प्लानिंग नहीं, कोई सोच नहीं है। दिल्ली जैसे कैपिटल में ये हो ही नहीं सकता, बिल्कुल पॉसिबल ही नहीं है। स्कूल के बच्चों का क्या करेंगे, ऑफिस में इतने ऑफिस गोर्स है, क्या करेंगे? कोई समझ से काम नहीं हो रहा है। एक अपनी पॉपुलैरिटी के लिए ये बंदा कर रहा है सिर्फ। पोल्यूशन कम करने के लिए कोई और तरीका निकालो। व्हीकल्स क्यों परेशान कर रहे हो, लोगों को क्यों परेशान कर रहे हो? ये फैसला तो मेरे हिसाब से ठीक नहीं है, क्योंकि सर इसका मतलब तो ये होगा कि आप एक दिन खाना खाओ और दूसरे दिन ना खाओ। जो नंबर लैन जावांगे कंपनी तो उन्होंने कहेंगे सानू ईवन वाली देवे फिर ऑड वाली देवे, कि एक दिन साड़ी ऑड वाली चले एक दिन ईवन चलेगी, तो गलत है। जिन्होंने रोज चलानी है गड्डी वो की भी करेगा। ਦਿੱਲੀ ਸਰਕਾਰ ਨੇ ਆਪਣੇ ਆਲੇ ਦੁਆਲੇ ਦੇ ਸੂਬਿਆਂ ਦੇ ਨਾਲ ਵੀ ਇਸ ਮੁਤਲਕ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ, ਜਿਸ ਦੇ ਚਲਦਿਆਂ ਵੀ ਕਨਫਿਊਜ਼ਨ ਵੱਧਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਵੀ ਬਹੁਤ ਅਹਿਮ ਹੈ, ਕਿਉਂਕਿ ਔਰਤਾਂ ਕਾਰ ਦੇ ਵਿੱਚ ਕੱਲੀਆਂ ਜਾਣ ਦੇ ਵਿੱਚ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰਦੀਆਂ ਨੇ, ਜਦਕਿ ਰਾਤ ਸਮੇਂ ਉਹ ਆਟੋ ਜਾਂ ਫਿਰ ਕਿਸੇ ਹੋਰ ਵਾਹਨ ਤੇ ਸਫ਼ਰ ਕਰਨ ਨੂੰ ਤਰਜੀਹ ਨਹੀਂ ਦੇਣਗੀਆਂ, ਕਿਉਂਕਿ ਉਹ ਮਹਿਫੂਜ਼ ਵੀ ਨਹੀਂ ਹੈ। ਤਾਂ ਅਜਿਹੇ ਦੇ ਵਿੱਚ ਔਰਤਾਂ ਦੇ ਲਈ ਕੀ ਕਾਨੂੰਨ ਨੇ, ਇਹ ਵੀ ਸਾਫ਼ नहीं। देखिए, गवर्नमेंट ने कोई डिसीजन लिया है तो वो हमारे फ्यूचर को ध्यान में रख के लिया है, लेकिन उसके लिए क्या उन्होंने पहले रिसोर्सेज अपने रखे हैं, ये सबसे बड़ा प्रॉब्लम है। क्योंकि मैं तो पब्लिक ट्रांसपोर्ट ही यूज़ करती थी, मैं अपनी प्राइवेट व्हीकल से नहीं आती हूँ, तो मेरे को एकदम अपसाइड डाउन मेरी लाइफ में कुछ होगा ऐसा नहीं है। लेकिन हाँ, अगर मेट्रो की फ्रीक्वेंसी डिले हो रही है या मेट्रो में अंदर घुसने की जगह ही नहीं मिल रही है, तो उससे तो हमारी लाइफ में दिक्कतें आएंगी। तो गवर्नमेंट को पहले बैकअप रखना चाहिए, उसके बाद कोई इम्प्लीमेंटेशन लाना चाहिए। लेडीज़ को एक तो पब्लिक ट्रांसपोर्ट में प्रॉब्लम सारी तरह से झेलनी पड़ती है, उसके साथ कहते हैं अलग अलग जो सामान के साथ प्रॉब्लम होती है तो वो तो कवर करी नहीं जा सकती है। देखिए, प्रयास तो अच्छा किया गया है, लेकिन हम जैसे जो हर रोज वैन से आते हैं उनके लिए समस्या हो जाएगी, क्योंकि इवन या ओड नंबर में जिस दिन हमारी बारी होगी उसके बाकी दिन हमें बड़ी प्रॉब्लम रहेंगी कि हम कैसे टाइम पे स्कूल में पहुंचे। बस चार चेंज करके सोनीपत से नरेला तक आना होता है, एक कोई डायरेक्ट बस नहीं है यहाँ तक। पहले सिंगू बॉर्डर तक आते हैं, फिर वहाँ से नरेला के, और नरेला से भी यहाँ काफी दूर है ये जो स्कूल है हमारा, तो पॉसिबल ही नहीं है यहाँ टाइम पे आना। तो इवन और ओड का चलाया हुआ है तो ये दिक्कत तो आएगी, क्योंकि हर रोज हम गाड़ी नहीं चेंज कर सकते, तो डेली हमें आना भी होता है। सिंगू बॉर्डर से फिर जब आप पहुंचोगे यहाँ पर तो किस तरह से आगे पहुंचोगे, कैसे पहुंच पाएंगे, वही प्रॉब्लम है ना। और जैसे हम 4-5 चीजें इकट्ठे आते हैं, अकेला तो जैसे तैसे मेंटेन कर ले, लेकिन सबको तो प्रॉब्लम आनी ही है। ਹੁਣ ਇਹਨਾਂ ਸਾਰੇ ਉਲਝਣਾਂ ਦੇ ਵਿੱਚ ਇਹੀ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਯੋਜਨਾ ਦੀ ਘੋਸ਼ਣਾ ਕੁਝ ਜਲਦਬਾਜ਼ੀ ਵਿੱਚ ਕਰ ਦਿੱਤੀ ਹੈ। ਐਲਾਨ ਉਹਨਾਂ ਕਰ ਦਿੱਤਾ, ਪਰ ਪਲੈਨਿੰਗ ਹਾਲੇ ਨਹੀਂ ਹੋਈ ਹੈ, ਜੋ ਕਿ ਬਹੁਤ ਜ਼ਰੂਰੀ ਹੈ। ਹਾਲਾਂਕਿ ਨਾਲ ਹੀ ਅਰਵਿੰਦ ਕੇਜਰੀਵਾਲ ਇਹ ਵੀ ਕਹਿ ਰਹੇ ਨੇ ਕਿ ਇਹ ਹਾਲੇ ਟ੍ਰਾਇਲ ਬੇਸਿਸ ਤੇ ਹੋਏਗਾ, ਜੇਕਰ ਇਹ ਫਾਰਮੂਲਾ ਕੰਮ ਨਹੀਂ ਕੀਤਾ ਗਿਆ ਤਾਂ ਇਸ ਨੂੰ ਬਦਲ ਦਿੱਤਾ ਜਾਏਗਾ। ਦੱਸਣਾ ਚਾਹਾਂਗੇ ਕਿ ਇਸ ਤਰ੍ਹਾਂ ਦੀ ਯੋਜਨਾ ਮੈਕਸੀਕੋ ਦੇ ਵਿੱਚ ਵੀ ਲਾਗੂ ਕੀਤੀ ਗਈ ਸੀ। ਜਦੋਂ ਉੱਥੇ ਸਫਲ ਨਹੀਂ ਹੋਈ ਤਾਂ ਲੋਕਾਂ ਨੇ ਸਸਤੇ ਭਾਵਾਂ ਦੇ ਵਿੱਚ ਗੱਡੀਆਂ ਖਰੀਦ ਕੇ ਆਪਣਾ ਕੰਮ ਚਲਾਉਣਾ ਸ਼ੁਰੂ ਕਰ ਦਿੱਤਾ, ਜਿਸ ਦੇ ਨਾਲ ਉੱਥੇ ਪੋਲੂਸ਼ਨ ਦਾ ਪੱਧਰ ਹੋਰ ਵੱਧ ਗਿਆ। ਦਿੱਲੀ ਸਰਕਾਰ ਨੇ ਇਹ ਫੈਸਲਾ ਦਿੱਲੀ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਲਿਆ ਹੈ। ਸੋ ਪੂਰਾ ਹਾਈ ਕੋਰਟ ਨੇ ਕੀ ਫੈਸਲਾ ਦਿੱਤਾ ਸੀ ਉਹ ਵੀ ਜਾਣਨਾ ਕਾਫੀ ਦਿਲਚਸਪ ਰਹੇਗਾ। ਸੋ ਚਲੋ ਵੇਖੀਏ ਕਿ ਕਿਸ ਤਰ੍ਹਾਂ ਦਾ ਫੈਸਲਾ ਜਿਹੜਾ ਹੈ ਦਿੱਲੀ ਹਾਈ ਕੋਰਟ ਨੇ ਪੋਲੂਸ਼ਨ ਨੂੰ ਲੈ ਕੇ ਦਿੱਲੀ ਸਰਕਾਰ ਨੂੰ ਦਿੱਤਾ। ਦਿੱਲੀ ਦੇ ਵਿੱਚ ਇਸ ਨਵੇਂ ਫਾਰਮੂਲੇ ਦੇ ਪਿੱਛੇ ਦਾ ਰਾਜ਼ ਹੈ ਅਦਾਲਤ ਦੀ ਫਟਕਾਰ।
ਜੀ ਹਾਂ, ਦਿੱਲੀ ਹਾਈ ਕੋਰਟ ਨੇ ਰਾਜਧਾਨੀ ਦੇ ਵਿੱਚ ਪੋਲਿਊਸ਼ਨ ਖਤਰਨਾਕ ਲੈਵਲ ਤੱਕ ਪਹੁੰਚਣ ਤੇ ਚਿੰਤਾ ਜ਼ਾਹਿਰ ਕੀਤੀ। ਅਦਾਲਤ ਨੇ ਕਿਹਾ ਕਿ ਦਿੱਲੀ ਦੇ ਵਿੱਚ ਰਹਿਣਾ ਗੈਸ ਚੈਂਬਰ ਦੇ ਵਿੱਚ ਰਹਿਣ ਦੀ ਤਰ੍ਹਾਂ ਹੈ। ਹਾਈ ਕੋਰਟ ਨੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਪ੍ਰਦੂਸ਼ਣ ਘੱਟ ਕਰਨ ਦੇ ਲਈ ਡਿਟੇਲਡ ਪਲਾਨ ਪੇਸ਼ ਕਰਨ ਲਈ ਕਿਹਾ। ਬੈਂਚ ਨੇ ਧੂਲ ਕਣਾਂ ਤੇ ਗੱਡੀਆਂ ਦੇ ਨਾਲ ਨਿਕਲਣ ਵਾਲੇ ਧੂਏ ਨੂੰ ਦਿੱਲੀ ਦੇ 에ਅਰ ਪੋਲਿਊਸ਼ਨ ਦੇ ਲਈ ਜ਼ਿੰਮੇਦਾਰ ਮੰਨਿਆ। ऐसे ਲਈ ਸਰਕਾਰ ਨੂੰ ਇਹ ਤੈਅ ਕਰਨ ਦੇ ਲਈ ਹਦਾਇਤ ਦਿੱਤੀ ਗਈ ਕਿ ਕੰਸਟਰਕਸ਼ਨ ਦੌਰਾਨ ਘੱਟੋ ਘੱਟ ਮਿੱਟੀ ਨਿਕਲੇ। ਐਨਜੀਟੀ ਯਾਨੀ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਦੇ ਹੁਕਮਾਂ ਮੁਤਾਬਿਕ ਖੁੱਲੇ ਦੇ ਵਿੱਚ ਕੂੜਾ ਜਾਂ ਪੱਤਿਆਂ ਨੂੰ ਜਲਾਣਾ ਬਹੁਤ ਵੱਡੇ ਪ੍ਰਦੂਸ਼ਣ ਦਾ ਕਾਰਨ ਹੈ ਤੇ ਹਾਈ ਕੋਰਟ ਨੇ ਇਸ ਨੂੰ ਵੀ ਸਖਤੀ ਦੇ ਨਾਲ ਲਾਗੂ ਕਰਨ ਲਈ ਕਿਹਾ ਹੈ। ਵੱਧਦੇ ਪੋਲਿਊਸ਼ਨ ਨੂੰ ਵੇਖਦੇ ਹੋਏ ਸਰਕਾਰ ਦੇਸ਼ ਭਰ ਦੇ ਵਿੱਚ 15 ਸਾਲ ਤੋਂ ਪੁਰਾਣੇ ਟਰੱਕ ਤੇ ਬੱਸ ਵਰਗੀ ਕਮਰਸ਼ੀਅਲ ਗੱਡੀਆਂ ਤੇ ਵੀ ਰੋਕ ਲਗਾਉਣ ਦਾ ਵਿਚਾਰ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਰੋਡ ਐਂਡ ਟਰਾਂਸਪੋਰਟ ਮਿਨਿਸਟਰੀ ਨੇ ਇਸ ਉੱਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਇਸ ਉੱਤੇ ਅੰਤਿਮ ਫੈਸਲਾ ਲੈਣਗੇ। ਇੱਕ ਨੋਟੀਫਿਕੇਸ਼ਨ ਦੇ ਮੁਤਾਬਿਕ 15 ਸਾਲ ਤੋਂ ਪੁਰਾਣੇ ਕਮਰਸ਼ੀਅਲ ਗੱਡੀਆਂ ਨੂੰ ਚਲਾਉਣ ਦੀ ਅਨੁਮਤੀ ਨਹੀਂ ਹੈ। ਹੁਣ ਵੱਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਨੈਸ਼ਨਲ ਪਰਮਿਟ ਤੋਂ ਇਲਾਵਾ ਦੂਜੀ ਕਮਰਸ਼ੀਅਲ ਗੱਡੀਆਂ ਤੇ ਵੀ ਪਾਬੰਦੀ ਲਗਾਉਣ ਦਾ ਪ੍ਰਪੋਜ਼ਲ ਹੈ। ਇਸ ਸਾਲ ਅਪ੍ਰੈਲ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਨੇ 10 ਸਾਲ ਤੋਂ ਵਧੇਰੇ ਪੁਰਾਣੇ ਡੀਜ਼ਲ ਵਾਹਨਾਂ ਨੂੰ ਦਿੱਲੀ ਸਮੇਤ ਐਨਸੀਆਰ ਦੇ ਵਿੱਚ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਵੀ ਇਸ ਉੱਤੇ ਮੁਹਰ ਲਗਾ ਦਿੱਤੀ ਹੈ। ਪਰਿਆਵਰਣ ਤੇ ਪ੍ਰਦੂਸ਼ਣ ਦੇ ਲਈ ਕੰਮ ਕਰਨ ਵਾਲੀ ਗੈਰ ਸਰਕਾਰੀ ਸੰਸਥਾ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਨੇ ਆਪਣੀ ਹਾਲ ਹੀ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਹੈ ਕਿ ਸਿਰਫ 2 ਮਹੀਨਿਆਂ ਦੇ ਅੰਦਰ ਹੀ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਦੇ ਵਿੱਚ 7 ਗੁਣਾ ਵਾਧਾ ਹੋਇਆ ਹੈ। ਸੰਸਥਾ ਦਾ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਵੱਧ ਰਿਹਾ ਪ੍ਰਦੂਸ਼ਣ ਬੱਚਿਆਂ ਤੇ ਬਜ਼ੁਰਗਾਂ ਦੇ ਲਈ ਬੇहद ਖਤਰਨਾਕ ਹੈ। ਸੰਸਥਾ ਦੇ ਮਾਹਿਰ ਕਹਿੰਦੇ ਨੇ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਦਰਜ ਕੀਤੇ ਗਏ ਪ੍ਰਦੂਸ਼ਣ ਦੇ ਆંકੜੇ ਤੇ ਦਸੰਬਰ ਦੇ ਵਿੱਚ ਦਰਜ ਕੀਤੇ ਗਏ ਆંકੜਿਆਂ ਦੀ ਜੇਕਰ ਸਮੀਖਿਆ ਕੀਤੀ ਜਾਏ ਤਾਂ ਖਤਰਾ ਬਹੁਤ ਡਰਾਵਨਾ ਹੈ। ਗ੍ਰੀਨ ਪੀਸ ਇੰਡੀਆ ਨਾਂ ਦੀ ਇੱਕ ਹੋਰ ਸੰਸਥਾ ਨੇ ਵੀ ਹਾਲੀਆ ਆਪਣੇ ਸਰਵੇ ਦੇ ਵਿੱਚ ਦੱਸਿਆ ਸ਼ਹਿਰ ਦੇ ਸਕੂਲਾਂ ਦੇ ਵਿੱਚ ਵੀ ਹਵਾ ਦਾ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ਤੇ ਪਹੁੰਚ ਚੁੱਕਿਆ ਹੈ। ਗ੍ਰੀਨ ਪੀਸ ਦੇ ਮਾਹਿਰ ਕਹਿੰਦੇ ਨੇ ਕਿ ਸਕੂਲਾਂ ਵਿੱਚ ਤਾਂ ਇਸ ਦਾ ਪੱਧਰ 600 MPM ਤੱਕ ਦਰਜ ਕੀਤਾ ਗਿਆ ਹੈ, जबकि WHO ने जो पैमाना बनाया है वो सिर्फ 25 MPM है। वध रहे हवा के प्रदूषण ਨੂੰ ਵੇਖਦਿਆਂ ਹੋਇਆਂ ਦਿੱਲੀ ਸਰਕਾਰ ਰਾਜਧਾਨੀ ਦੇ ਨਾਲ ਲੱਗੇ ਹੋਏ ਦਾਦਰੀ ਦੇ ਇਲਾਕੇ ਦੇ ਵਿੱਚ ਸਥਿਤ ਇੱਕ ਹੋਰ ਬਿਜਲੀ ਤਾਪ ਘਰ ਨੂੰ ਬੰਦ ਕਰਵਾਉਣਾ ਚਾਹੁੰਦੀ ਹੈ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਇਸ ਮੁਤਲਕ ਉੱਤਰ ਪ੍ਰਦੇਸ਼ ਸਰਕਾਰ ਦੇ ਨਾਲ ਗੱਲਬਾਤ ਕਰ ਰਹੀ ਹੈ। ਸੋ ਸਾਫ਼ ਹੈ ਕਿ ਦਿੱਲੀ ਦੇ ਵਿੱਚ ਸਾਹ ਲੈਣਾ ਹੁਣ ਇੱਕ ਬਹੁਤ ਵੱਡਾ ਖਤਰਾ ਬਣ ਚੁੱਕਿਆ ਹੈ। ਇਹ ਖਤਰਾ ਸਿਰਫ ਬੱਚਿਆਂ ਜਾਂ ਬਜ਼ੁਰਗਾਂ ਤੱਕ ਹੀ ਸੀਮਿਤ ਨਹੀਂ, ਸਗੋਂ ਇਸ ਹਵਾ ਦੇ ਵਿੱਚ ਸਾਹ ਲੈਣਾ ਮਤਲਬ ਕੋਈ ਸਿਹਤਮੰਦ ਵਿਅਕਤੀ ਦਾ ਦਿੱਲੀ ਦੇ ਵਿੱਚ ਨਾ ਹੋਣਾ। ਪੋਲਿਊਸ਼ਨ ਦੇ ਖਿਲਾਫ ਜੰਗ ਤੇ ਆਧਾਰਿਤ ਇਸ ਖਾਸ ਪੇਸ਼ਕਸ਼ ਦੇ ਵਿੱਚ ਅਜੇ ਹੋਰ ਵੀ ਬਹੁਤ ਕੁਝ ਬਾਕੀ ਹੈ, ਪਰ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ। ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ। ਗੱਲ ਚਾਹੇ ਦਿੱਲੀ ਦੀ ਕਰੀਏ ਜਾਂ ਕਿਸੇ ਹੋਰ ਸ਼ਹਿਰ ਜਾਂ ਸੂਬੇ ਦੀ, ਹਰ ਜਗ੍ਹਾ ਹਾਲਾਤ ਇਹ ਬਣੇ ਹੋਏ ਹਨ। ਇੰਨਾ ਜ਼ਿਆਦਾ ਪੋਲਿਊਸ਼ਨ ਹੋ ਗਿਆ ਕਿ ਸਾਹ ਲੈਣਾ ਔਖਾ ਹੋ ਗਿਆ। ਸੋ ਲੱਗਦਾ ਹੈ ਕਿ ਜਿਸ ਤਰੀਕੇ ਦਾ ਪੋਲਿਊਸ਼ਨ ਜਿਹੜਾ ਵਾ ਵੱਧ ਰਿਹਾ, ਉਸ ਦੇ ਵਿੱਚ ਆਮ ਲੋਕਾਂ ਦਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਉਹ ਸਤਰਕ ਹੋਣ। ਹੁਣ ਇੱਕ ਜਨ ਅੰਦੋਲਨ ਜਿਹੜਾ ਵਾ ਪੋਲਿਊਸ਼ਨ ਦੇ ਖਿਲਾਫ ਵੀ ਚਾਹੀਦਾ। ਸੋ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਇਸ ਨੂੰ ਇੱਕ ਮਿਸ਼ਨ ਦੀ ਤਰ੍ਹਾਂ, ਇੱਕ ਰੈਵੋਲੂਸ਼ਨ ਦੀ ਤਰ੍ਹਾਂ ਪੋਲਿਊਸ਼ਨ ਦੇ ਖਿਲਾਫ ਇੱਕ ਜੰਗ ਜਿਹੜੀ ਹੈ ਉਹ ਦੁਬਾਰਾ ਤੋਂ ਛਿੜੇ। ਸਵਾਲ ਉੱਥੇ ਦਾ ਉੱਥੇ ਹੀ ਕਾਇਮ ਹੈ ਕਿ ਆਖਿਰ ਦਿੱਲੀ ਨੂੰ ਗੈਸ ਚੈਂਬਰ ਬਣਾਉਣ ਤੋਂ ਕਿਵੇਂ ਰੋਕ ਸਕਦੇ ਹਾਂ ਅਸੀਂ। ਪ੍ਰਦੂਸ਼ਣ ਇੱਕ ਬਹੁਤ ਵੱਡੀ ਸਮੱਸਿਆ ਹੈ ਤੇ ਮਾਹਿਰ ਮੰਨਦੇ ਨੇ ਕਿ ਸਭ ਤੋਂ ਵੱਧ ਪ੍ਰਦੂਸ਼ਣ ਡੀਜ਼ਲ ਵਾਲੇ ਟਰੱਕ ਕਰਦੇ ਨੇ। ਪ੍ਰਦੂਸ਼ਣ ਫੈਲਾਉਣ ਵਾਲੇ ਛੋਟੇ-ਛੋਟੇ ਕਣ ਇਹਨਾਂ ਟਰੱਕਾਂ ਤੋਂ ਹੀ ਨਿਕਲਦੇ ਨੇ, ਜਦਕਿ ਪੈਟਰੋਲ ਵਾਲੀ ਗੱਡੀਆਂ ਤੋਂ ਉਹਨੇ ਕਣ ਨਹੀਂ ਹੁੰਦੇ ਜਿੰਨੇ ਡੀਜ਼ਲ ਦੀ ਗੱਡੀਆਂ ਤੋਂ ਨਿਕਲਦੇ ਨੇ। ਇਸ ਇਲਾਵਾ ਕੂੜੇ ਨੂੰ ਅੱਗ ਲਾਣੀ, ਪੰਜਾਬ ਦੇ ਵਿੱਚ ਫਸਲ ਦੀ ਨਾੜ ਨੂੰ ਜਲਾਣਾ ਤੇ ਰਾਜਸਥਾਨ ਤੋਂ ਆਉਣ ਵਾਲੀ ਧੂਲ ਦੇ ਤੂਫਾਨ ਵੀ ਪ੍ਰਦੂਸ਼ਣ ਦੇ ਇੱਕ ਵੱਡੇ ਕਾਰਨ ਨੇ। ਤਾਂ ਇਹਨਾਂ ਨੂੰ ਵੀ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਤੇ ਇਸ ਸਭ ਦੇ ਨਾਲ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਪ੍ਰਦੂਸ਼ਣ ਦੇ ਲਈ ਲੜਾਈ ਲੜਨ ਲਈ ਦਿੱਲੀ ਸਰਕਾਰ ਨੂੰ ਆਪਣੇ ਆਲੇ-ਦੁਆਲੇ ਦੇ ਸੂਬਿਆਂ ਦੇ ਨਾਲ ਵੀ ਸਲਾਹ ਮਸ਼ਵਰਾ ਤੇ ਮਿਲ ਕੇ ਕਦਮ ਚੁੱਕਣੇ ਹੋਣਗੇ। ਤੇ ਇੱਕ ਸਭ ਤੋਂ ਵੱਡੀ ਜ਼ਰੂਰਤ ਜੋ ਇਸ ਵੇਲੇ ਸਭ ਤੋਂ ਅਹਿਮ ਬਣਦੀ ਜਾ ਰਹੀ ਹੈ ਉਹ ਹੈ ਲੋਕਾਂ ਨੂੰ ਜਾਗਰੂਕ ਕਰਨਾ, ਕਿਉਂਕਿ ਲੋਕਾਂ ਨੂੰ ਜਾਗਰੂਕ ਕਰਕੇ ਹੀ ਅਸੀਂ ਇਸ ਲੜਾਈ ਤੇ ਜਿੱਤ ਪਾ ਸਕਦੇ ਹਾਂ। ਜੇਕਰ ਗੱਲ ਦਿੱਲੀ ਦੀ ਕਰੀਏ ਤਾਂ ਦਿੱਲੀ ਦੇ ਵਿੱਚ ਲੋਕ ਖਾਸੇ ਮਟੀਰੀਅਲਿਸਟਿਕ ਨੇ। ਇੱਥੇ ਕਾਰ ਇੱਕ ਸਟੇਟਸ ਸਿੰਬਲ ਹੈ। ਜਿੱਥੇ ਪਬਲਿਕ ਟਰਾਂਸਪੋਰਟ ਦਾ ਹਾਲ ਇੰਨਾ ਚੰਗਾ ਨਹੀਂ, ਉੱਥੇ ਮੈਟਰੋ ਇੱਕ ਬਹੁਤ ਵਧੀਆ ਜ਼ਰੀਆ ਹੈ, ਪਰ ਹੁਣ ਇਹ ਮੈਟਰੋ ਵੀ ਭੀੜ ਦਾ शिकार ਹੁੰਦੀ ਜਾ ਰਹੀ ਹੈ। अगर किसी इंसान के पास अगर एक ही गाड़ी है तो वो एक दिन जा सकता है, एक दिन नहीं जा सकता। अगर उसको किसी शादी में जाना है, उसके घर में अगर कोई बीमार हो जाता है और वो वही दिन पड़ता है जिस दिन उसकी गाड़ी नहीं चल सकती, तो क्या करेगा? वैसे तो पोल्यूशन की पॉइंट ऑफ व्यू से तो बहुत ठीक है ये डिसीजन, लेकिन एप्लीकेबल कितना होगा ये पता नहीं है। कितना
मतलब लोग इसे कर पाएंगे फॉलो। दिक्कतें आएंगी जी, बिल्कुल आएंगी सर्टेनली। जिनके पास एक कार है और कोई इमरजेंसी पड़ गई तो कैसे वो करेंगे। मेरी सब नंबर की गाड़ी है, अब मुझे हॉस्पिटल डेली वेज जाना पड़ता है। मेरी मम्मी की हालत बहुत ज़्यादा नाजुक है, अब मैं उनको लेके गाड़ी से और अप डाउन दिल्ली सरकार के हॉस्पिटल करता हूँ LNJP। और हॉस्पिटल के लिए मुझे आज उन्होंने बुलाया और कल मुझे अगर उनके टेस्ट कराने तो कल तो मैं जा नहीं पाऊंगा। अगर उनका दम निकल जाएगा तो कौन जिम्मेदार होगा? क्या दिल्ली सरकार जिम्मेदार होगी? एक गाड़ी एक नंबर चलिए, मैं दूसरी गाड़ी भी निकलवा सकता हूँ, वो कौन बंद करेगा? ठीक, उसके बाद मेरी बीवी प्रेग्नेंट है, मैं कहाँ से ले जाऊँगा? मदर बीमार है, मैं कहाँ से ले जाऊँगा? पब्लिक ट्रांसपोर्ट अवेलेबल है ना, इसके लिए आप ऑटो कर सकते हैं, टैक्सी कर सकते हैं। ऑटो लेने में 2 किलोमीटर बाहर जाऊँगा, 2 किलोमीटर बाहर भी जाना पड़ेगा। इतने में क्या हो जाए, मिसहैपनिंग हो जाए, कुछ हो जाए, क्या ਹੋ ਜਾਏ। ਕਾਰਪੂਲ ਹਾਲੇ ਤੱਕ ਦਿੱਲੀ ਦੇ ਵਿੱਚ ਸਫਲ ਨਹੀਂ ਹੋ ਪਾਈ ਹੈ ਤੇ ਅਜਿਹੇ ਵਿੱਚ ਪ੍ਰਦੂਸ਼ਣ ਕਿਵੇਂ ਰੋਕਿਆ ਜਾਏ ਚੁਣੌਤੀ ਬਰਕਰਾਰ ਹੈ। ਬੀਜਿੰਗ, ਲੰਡਨ ਤੇ ਸਿੰਗਾਪੁਰ ਵਰਗੇ ਸ਼ਹਿਰਾਂ ਦੇ ਵਿੱਚ ਈਵਨ ਆਡ ਨੰਬਰ ਦੀ ਗੱਡੀਆਂ ਦਾ ਨਿਯਮ ਲਾਗੂ ਹੈ। ਕਈ ਸੜਕਾਂ ਤੇ ਗੱਡੀ ਚਲਾਉਣ ਦੇ ਲਈ ਵੱਖਰੇ ਤੋਂ ਸਰਚਾਰਜ ਵੀ ਦੇਣਾ ਪੈਂਦਾ ਹੈ। ਬੀਜਿੰਗ ਦੇ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਰੈੱਡ ਅਲਰਟ ਤੱਕ ਵੀ ਜਾਰੀ ਕਰ ਦਿੱਤਾ ਗਿਆ ਹੈ। ਬੀਜਿੰਗ ਦੇ ਵਿੱਚ ਵੱਡੀ ਤਾਦਾਦ ਵਿੱਚ ਲੋਕਾਂ ਨੇ ਹੁਣ ਸਾਈਕਲਿੰਗ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੇ ਨਾਲ ਸਟੇ ਗੁੜਗਾਉਂ ਦੇ ਵਿੱਚ ਹਰ ਮੰਗਲਵਾਰ ਨੂੰ ਕਾਰ ਫ੍ਰੀ ਡੇ ਐਲਾਨਿਆ ਗਿਆ ਤੇ ਲੋਕਾਂ ਨੂੰ ਸਾਈਕਲਾਂ ਤੇ ਦਫ਼ਤਰ ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਪਰ ਇਹ ਸਭ ਗੁੜਗਾਉਂ ਦੇ ਵਿੱਚ ਕਾਰਪੋਰੇਟ ਜਗਤ ਹੀ ਕਰ ਰਿਹਾ ਹੈ। ਦਿੱਲੀ ਦੇ ਵਿੱਚ ਅਜਿਹਾ ਸੰਭਵ ਨਹੀਂ। ਅਜਿਹੇ ਦੇ ਵਿੱਚ ਕੀ ਕੀਤਾ ਜਾਏ, ਇਹ ਸਵਾਲ ਸਭ ਤੋਂ ਵੱਡੀ ਚੁਣੌਤੀ ਬਣ ਕੇ ਸਾਹਮਣੇ ਖੜਾ ਹੈ। ਜ਼ਰੂਰਤ ਇਹ ਬਣਦੀ ਜਾ ਰਹੀ ਹੈ ਕਿ ਪ੍ਰਦੂਸ਼ਣ ਦੀ ਲੜਾਈ ਨੂੰ ਹੁਣ ਆਮ ਲੋਕਾਂ ਦੀ ਲੜਾਈ ਬਣਾਇਆ ਜਾਏ। ਕਾਰ ਨੂੰ ਸਟੇਟਸ ਸਿੰਬਲ ਨਾ ਸਮਝਦਿਆਂ ਹੋਇਆਂ ਆਪਣੀ ਜ਼ਿੰਮੇਵਾਰੀ ਦੇ ਨਾਲ ਭੂਮਿਕਾ ਨਿਭਾਈ ਜਾਵੇ, ਕਿਉਂਕਿ ਤਾਂ ਹੀ ਦਿੱਲੀ ਰਹਿਣ ਦੇ ਲਾਇਕ ਬਣੇਗੀ। ਵਰਨਾ ਇੱਥੇ ਹਵਾ ਦੇ ਵਿੱਚ ਸਾਹ ਲੈਣਾ ਹਰ ਦਿਨ 30 ਸਿਗਰਟ ਪੀਣ ਦੇ ਬਰਾਬਰ ਹੈ। ਇਹ ਆંકੜਾ ਆਉਣ ਵਾਲੇ ਦਿਨਾਂ ਦੇ ਵਿੱਚ ਬਿਨਾਂ ਸ਼ੱਕ ਵਧਦਾ ਜਾਏਗਾ। ਭਾਰਤ ਦੀ ਰਾਜਧਾਨੀ ਦਿੱਲੀ ਜਿਸ ਤਰ੍ਹਾਂ ਦੇ ਨਾਲ ਪ੍ਰਦੂਸ਼ਣ ਦੇ ਨਾਲ ਜੂਝ ਰਹੀ ਹੈ, ਠੀਕ ਉਸੇ ਤਰ੍ਹਾਂ ਚੀਨ ਦੀ ਰਾਜਧਾਨੀ ਬੀਜਿੰਗ ਦੇ ਵਿੱਚ ਵੀ ਪ੍ਰਦੂਸ਼ਣ ਦੀ ਵਜ੍ਹਾ ਦੇ ਨਾਲ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ ਦੇ ਵਿੱਚ ਵਧਦੇ ਪ੍ਰਦੂਸ਼ਣ ਤੇ ਸੂਬਾ ਸਰਕਾਰ ਦੇ ਨਵੇਂ ਓਡ ਤੇ ਈਵਨ ਨੰਬਰ ਦੇ ਫਾਰਮੂਲੇ ਤੇ ਚਾਹੇ ਤੁਹਾਨੂੰ ਹੈਰਾਨੀ ਹੋ ਰਹੀ ਹੋਏ, ਪਰ ਹਕੀਕਤ ਇਹ ਹੈ ਕਿ ਚੀਨ ਦੀ ਰਾਜਧਾਨੀ ਬੀਜਿੰਗ ਦੇ ਵਿੱਚ ਭਾਵੇਂ ਕਿ ਪ੍ਰਦੂਸ਼ਣ ਦੀ ਵਜ੍ਹਾ ਦੇ ਨਾਲ ਰੈੱਡ ਅਲਰਟ ਐਲਾਨ ਦਿੱਤਾ ਗਿਆ ਹੈ, ਪਰ ਦਿੱਲੀ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਇਸ ਤੋਂ ਵੀ ਅੱਗੇ ਹੈ। ਜੀ ਹਾਂ, ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ ਕਿ WHO ਦੇ ਵੱਲੋਂ ਜਾਰੀ ਕੀਤੀ ਗਈ ਇੱਕ ਲਿਸਟ ਤਾਂ ਘੱਟੋ-ਘੱਟ ਇਹੀ ਕਹਿੰਦੀ ਹੈ। ਇਸ ਲਿਸਟ ਦੇ ਮੁਤਾਬਿਕ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਭਾਰਤ ਦੇ ਵਿੱਚ ਹੀ ਨੇ। ਦਿੱਲੀ ਇਸ ਲਿਸਟ ਦੇ ਵਿੱਚ ਟੌਪ ਤੇ ਹੈ। ਇਸ ਲਿਸਟ ਨੂੰ ਸਾਲ 2014 ਦੇ ਵਿੱਚ ਤਿਆਰ ਕੀਤਾ ਗਿਆ ਸੀ। ਇਸ ਲਿਸਟ ਦੇ ਵਿੱਚ ਦੁਨੀਆ ਦੇ 91 ਦੇਸ਼ਾਂ ਦੇ ਵਾਯੂ ਪ੍ਰਦੂਸ਼ਣ ਤੇ ਅਧਿਐਨ ਕੀਤਾ ਗਿਆ ਸੀ। ਉੱਥੇ ਹੀ ਦਿੱਲੀ ਦੀ ਹਵਾ ਦੇ ਵਿੱਚ ਵੀ ਮੌਜੂਦ ਖਤਰਨਾਕ ਮਾਈਕਰੋਸਕੋਪਿਕ ਤੱਤਾਂ ਦਾ ਪੱਧਰ ਵੀ 153 ਤੱਕ ਹੈ। WHO ਦੀ ਇਸ ਲਿਸਟ ਦੇ ਵਿੱਚ ਦੁਨੀਆ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਭਾਰਤ ਦੇ ਵਿੱਚ ਨੇ। ਦਿੱਲੀ, ਪਟਨਾ, ਰਾਏਪੁਰ ਤੇ ਉਸ ਤੋਂ ਬਾਅਦ ਨਾਮ ਆਉਂਦਾ ਹੈ ਕਰਾਚੀ ਦਾ, ਜੋ ਕਿ ਪਾਕਿਸਤਾਨ ਦੇ ਵਿੱਚ ਹੈ। ਪੇਸ਼ਾਵਰ, ਰਾਵਲਪਿੰਡੀ ਪਾਕਿਸਤਾਨ ਦੇ ਇਲਾਕੇ ਜਿੱਥੇ ਪ੍ਰਦੂਸ਼ਣ ਦਾ ਪੱਧਰ ਮਾਪਿਆ ਗਿਆ ਹੈ। ਇਸ ਤੋਂ ਇਲਾਵਾ ਖੁਰਮਾਬਾਦ ਜੋ ਕਿ ਈਰਾਨ ਦੇ ਵਿੱਚ ਹੈ ਤੇ ਇਸ ਤੋਂ ਬਾਅਦ ਸੂਬਾ ਗੁਜਰਾਤ ਦੇ ਅਹਿਮਦਾਬਾਦ ਦਾ ਨਾਮ ਹੈ ਤੇ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਲਖਨਊ ਦਾ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਬੀਜਿੰਗ ਦੇ ਵਿੱਚ ਰੈੱਡ ਅਲਰਟ ਦੀ ਚੇਤਾਵਨੀ ਜਾਰੀ ਹੋਣ ਦੇ ਨਾਲ ਹੀ ਅਧਿਕਾਰੀਆਂ ਨੇ ਸਕੂਲਾਂ ਨੂੰ ਬੰਦ ਰੱਖਣ ਅਤੇ ਸਪੈਸ਼ਲ ਵਹੀਕਲਸ ਤੇ ਫੈਕਟਰੀਆਂ ਤੇ ਵੀ ਬੈਨ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਜਦਕਿ ਦਿੱਲੀ ਬੀਜਿੰਗ ਤੋਂ ਪ੍ਰਦੂਸ਼ਣ ਦੇ ਮੁਕਾਬਲੇ ਦੇ ਵਿੱਚ ਕਾਫੀ ਅੱਗੇ ਹੈ। ਅਜਿਹੇ ਦੇ ਵਿੱਚ ਸਾਡੇ ਫੇਫੜਿਆਂ ਦੇ ਵਿੱਚ ਜ਼ਹਿਰੀਲੀ ਹਵਾ ਜਾ ਰਹੀ ਹੈ ਤੇ ਇਹ ਜ਼ਹਿਰ ਕਿਸ ਕਦਰ ਸਾਡੇ ਸਾਹਾਂ ਦੇ ਵਿੱਚ ਘੁਲ ਰਿਹਾ ਹੈ, ਇਸ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ। ਵੱਧਦੇ ਪੋਲਿਊਸ਼ਨ ਦਾ ਮੁੱਦਾ ਜਾਂ ਟ੍ਰੈਫਿਕ ਦੀ ਸਮੱਸਿਆ ਸਿਰਫ ਇੱਕ ਸੂਬਾ ਜਾਂ ਇੱਕ ਸ਼ਹਿਰ ਦੀ ਨਹੀਂ ਹੈ, ਬਲਕਿ ਪੂਰੇ ਦੇਸ਼ ਦੀ ਇਹ ਸਮੱਸਿਆ ਬਣਦੀ ਜਾ ਰਹੀ ਹੈ। ਤੇ ਜੇਕਰ ਗੱਲ ਕਰਦੇ ਆ ਪੰਜਾਬ ਦੀ, ਸਾਡੇ ਨਾਲ ਨੇ ਟ੍ਰੈਫਿਕ ਐਡਵਾਈਜ਼ਰ ਪੰਜਾਬ ਨਵਦੀਪ ਅਸੀਜਾ ਜੀ। ਇਹਨਾਂ ਦੇ ਨਾਲ ਅਸੀਂ ਇਸ ਮੁੱਦੇ ਦੇ ਉੱਤੇ ਸਰ ਹੋਰ ਗੱਲ ਕਰਨਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਇਸ ਵਕਤ ਪੰਜਾਬ ਦੀ ਕੀ ਕੰਡੀਸ਼ਨ ਹੈ। देखिए, पंजाब की कंडीशन डेफिनेटली दिल्ली नाल तो बेटर है, लेकिन असी उस रास्ते के उपर चल रहे हैं। करीब अगर मैं पंजाब च देखा जाए तो 6 मिलियन ट्रिप्स लाइक 6 करोड़ लोग बाहर निकलते हैं जिन्होंने ट्रैवल करना होंगे और करीब 40 लाख व्हीकल साढ़े सड़कों के उपर आते हैं। ये 6 करोड़ लोगों को ट्रैवल कराने वास्ते सिचुएशन साड़ी शहरों में बहुत ही ज़्यादा माड़ी है। खासकर लुधियाना की गल की जाए या जलंधर या अमृतसर की गल की जाए जिथे बिल्कुल ही पब्लिक ट्रांसपोर्ट सिस्टम नाम की कोई चीज़ नहीं आ रही है,
ਔਰ ਕਰੀਬ ਅਸੀਂ ਪਬਲਿਕ ਟਰਾਂਸਪੋਰਟ ਦੇ ਨਾਮ ਤੇ ਇਨਫਾਰਮਲ ਸੈਕਟਰ ਸਿਰਫ ਇੱਕ ਸਿਟੀ ਦੇ ਵਿੱਚ ਸਿਟੀ ਬੱਸ ਸਰਵਿਸ ਹੀ ਚਲਾ ਪਾ ਰਹੇ ਹਾਂ। ਤਾਂ ਬਹੁਤ ਜ਼ਿਆਦਾ ਜਿਹੜਾ ਲੋਕਾਂ ਦਾ ਰੁਝਾਨ ਹੈ ਪਬਲਿਕ ਟਰਾਂਸਪੋਰਟ ਨਾ ਹੋਣ ਕਰਕੇ ਆਪਣੇ ਪਰਸਨਲ ਟਰਾਂਸਪੋਰਟ ਵੱਲੇ ਜਾ ਰਿਹਾ। ਔਰ ਕਿਉਂਕਿ ਲੋਕਾਂ ਕੋਲ ਪੈਸਾ ਹੈ ਤਾਂ ਸਾਨੂੰ ਬਹੁਤ ਜਲਦੀ ਔਰ ਬਹੁਤ ਫਾਸਟ ਐਕਟ ਕਰਨਾ ਪਏਗਾ ਤਾਂ ਕਿ ਦਿੱਲੀ ਵਰਗੀ ਸਿਚੁਏਸ਼ਨ ਨਾ ਆ ਜਾਏ। ਸਾਡੇ ਸ਼ਹਿਰਾਂ ਜਿਹੜੀ ਕੁਝ ਸ਼ਹਿਰਾਂ 'ਚ ਤਾਂ ਆ ਚੁੱਕੀ ਹੈ ਉਹ, ਲੇਕਿਨ ਪੂਰੇ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹਨੂੰ ਹੁਣੇ ਰੋਕਣ ਵਾਸਤੇ ਸਾਨੂੰ ਹੁਣੇ ਹੀ ਪ੍ਰੋਐਕਟਿਵ ਸਟੈਪ ਲੈਣੇ ਪੈਣਗੇ। ਅਦਰਵਾਈਜ਼ ਅਗਰ ਸਾਰੇ ਵੀ ਲੋਕ ਹੀ ਅਗਰ ਆਪਣੀ ਪਰਸਨਲ ਵਹੀਕਲ ਦੇ ਉੱਪਰ ਆ ਗਏ ਤਾਂ ਇਹ ਸ਼ਾਇਦ ਪੰਜਾਬ ਚੋਕ ਹੋ ਜਾਏਗਾ, ਚੱਲਣ ਲਾਇਕ ਨਹੀਂ ਰਹੇਗਾ। ਸਰ, ਜਿਸ ਤਰ੍ਹਾਂ ਕਿ ਤੁਸੀਂ ਕਾਰਨ ਦੱਸਿਆ ਕਿ ਮੇਨ ਹੈ ਕਿ ਲੋਕਾਂ ਕੋਲ ਪੈਸਾ ਹੈ, ਆਪਣੀ ਗੱਡੀਆਂ ਲੈਂਦੇ ਨੇ, ਸੋ ਇੱਕ ਸਟੇਟਸ ਸਿੰਬਲ ਵੀ ਉਹਨਾਂ ਨੇ ਗੱਡੀਆਂ ਨੂੰ ਬਣਾ ਛੱਡਿਆ। ਸੋ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਜਿਹੜੀ ਪ੍ਰੋਬਲਮ ਆ ਰਹੀ ਹੈ ਜਾਂ ਲੋਕਾਂ ਨੂੰ ਕਿਸ ਤਰੀਕੇ ਨਾਲ ਅਵੇਅਰ ਕੀਤਾ ਜਾ ਸਕਦਾ? ਦੇਖੋ, ਅਵੇਅਰਨੈਸ ਦਾ ਇਹ ਕਿ ਸ਼ਾਇਦ ਦਿੱਲੀ ਦੇ ਵਿੱਚ ਜੋ ਇੱਕ ਡਿਬੇਟ ਸ਼ੁਰੂ ਹੋ ਗਿਆ ਹੈ ਈਵਨ ਔਡ ਨੰਬਰ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਅਵੇਅਰਨੈਸ, ਮੈਨੂੰ ਲੱਗਦਾ ਕਿ ਉਹਨਾਂ ਦੇ ਦਿੱਲੀ 'ਚ ਤਾਂ ਅਸਰ ਪਏਗਾ ਲੇਕਿਨ ਉਹਦਾ ਪੂਰੇ ਹਿੰਦੁਸਤਾਨ ਦੇ ਉੱਪਰ ਅਸਰ ਪੈਣ ਵਾਲਾ ਹੈ ਕਿ ਹਰ ਕਿਸੇ ਨੇ ਸੋਚਣ ਲੱਗ ਪਏ ਨੇ ਕਿ ਆਪਣੇ ਆਪਣੇ ਸੂਬੇ ਜਾਂ ਆਪਣੇ ਆਪਣੇ ਸ਼ਹਿਰ ਜਿੱਥੇ ਵੀ ਉਹ ਰਹਿ ਰਹੇ ਨੇ ਕਿ ਇਹਦਾ ਫਿਊਚਰ ਕੀ ਹੈ। ਅੱਜ ਤੱਕ ਤਾਂ ਸਿਰਫ ਕਿਸੇ ਨੇ ਸੋਚਿਆ ਨਹੀਂ ਸੀ ਕਿ ਉਹ ਹਰ ਕਿਸੇ ਨੂੰ ਲੱਗ ਰਿਹਾ ਸੀ ਕਿ ਮੈਂ ਕੀ ਕਰ ਰਿਹਾ, ਲੇਕਿਨ ਜਦੋਂ ਉਹ ਪੂਰੇ ਸਿਸਟਮ ਦਾ ਹਿੱਸਾ ਬਣ ਗਏ ਕਿ ਮੇਰੀ ਕਾਰ ਨੇ ਜਦੋਂ ਸਾਰੀਆਂ ਕਾਰਾਂ ਦੇ ਨਾਲ ਮਿਲ ਕੇ ਔਰ ਓਵਰਆਲ ਮੈਂ ਕੀ ਇੰਪੈਕਟ ਪਾਵਾਂਗਾ, ਉਹਦਾ ਕੀ ਅਸਰ ਹੋਏਗਾ, ਤਾਂ ਇਹ ਸ਼ਾਇਦ ਮੈਨੂੰ ਲੱਗਦਾ ਕਿ ਜਿਵੇਂ ਜਿਸ ਤਰ੍ਹਾਂ ਸੋਸਾਇਟੀ ਮੈਚਿਓਰ ਅਪ ਹੋ ਰਹੀ ਹੈ ਔਰ ਇੱਕ ਬਹੁਤ ਅੱਛਾ ਡਿਬੇਟ ਦਿੱਲੀ 'ਚ ਸ਼ੁਰੂ ਕਰ ਦਿੱਤਾ ਗਿਆ, ਉਹਦਾ ਇੰਪੈਕਟ ਬਹੁਤ ਅੱਗੇ ਤੱਕ ਜਾਣ ਵਾਲਾ। ਔਰ ਹਰ ਇੰਡੀਵਿਜੂਅਲ ਆਪਣਾ ਔਰ ਬਾਈ ਡਿਫਾਲਟ ਜਿਹੜੀ ਸਾਡੀ ਸੋਸਾਇਟੀ ਹੈ ਉਹ ਐਨਵਾਇਰਨਮੈਂਟ ਨਾਲ ਕੰਸਰਨ ਰਹੀ, ਅਸੀਂ ਪੇੜ ਪੌਦੇ ਹਾਂ ਜਾਂ ਅਸੀਂ ਸਭ ਨੂੰ ਅਸੀਂ ਰਿਸਪੈਕਟ ਕਰਦੇ ਹਾਂ। ਹੋ ਸਕਦਾ ਕਿ ਇੱਕ ਤਰ੍ਹਾਂ ਦੀ ਨੌਲੇਜ ਸਾਡੀ ਸੋਸਾਇਟੀ 'ਚ ਸ਼ਾਇਦ ਅਵੇਲੇਬਲ ਹੀ ਨਹੀਂ ਸੀ, ਉਹ ਨੌਲੇਜ ਹੁਣ ਆਉਣੀ ਸ਼ੁਰੂ ਹੋ ਜਾਏਗੀ। ਠੀਕ ਹੈ ਸਰ, ਪਰ ਜੋ ਦਿੱਲੀ ਸਰਕਾਰ ਨੇ ਇੱਕ ਪ੍ਰਪੋਜ਼ਲ ਦਿੱਤਾ ਹੈ ਈਵਨ ਤੇ ਔਡ ਗੱਡੀਆਂ ਦਾ, ਤੁਹਾਨੂੰ ਕੀ ਲੱਗਦਾ ਕਿ ਇਹਨੂੰ ਕਿੰਨਾ ਅਸੀਂ ਪ੍ਰੈਕਟੀਕਲ ਜਿਹੜਾ ਵਾ ਮੰਨ ਸਕਦੇ ਹਾਂ? ਦੇਖੀਏ, ਜੋ ਸਾਡੇ ਟ੍ਰੈਫਿਕ ਦੇ ਸੋਲੂਸ਼ਨ ਦੇ ਨਾ ਜੀ ਦੋ ਤਰ੍ਹਾਂ ਦੇ ਮੁੱਖ ਅੰਗ ਹੁੰਦੇ ਨੇ। ਇੱਕ ਅਸੀਂ ਸਪਲਾਈ ਸਾਈਡ ਨੂੰ ਕੰਮ ਕਰਦੇ ਹਾਂ, ਇੱਕ ਅਸੀਂ ਡਿਮਾਂਡ ਸਾਈਡ ਨੂੰ ਕੰਮ। ਹੁਣ ਤੱਕ ਅਸੀਂ ਜੋ ਕੁਝ ਵੀ ਕਰਦੇ ਆ ਰਹੇ ਸੀ ਉਹ ਇੱਕ ਡਿਮਾਂਡ ਮੈਨੇਜਮੈਂਟ ਦਾ ਹਿੱਸਾ ਸੀ ਕਿ ਜੋ ਲੋਕ ਮੰਗਦੇ ਆ ਰਹੇ ਸੀ ਅਸੀਂ ਉਹਨੂੰ ਦੇ ਰਹੇ ਸੀ। ਇੱਥੇ ਕੰਜੈਸ਼ਨ ਹੈ ਜੀ, ਇੱਥੇ ਫਲਾਈਓਵਰ ਬਣਾ ਦਿਓ, ਇੱਥੇ ਪ੍ਰੋਬਲਮ ਹੈ, ਇੱਥੇ ਇਹ ਬਣਾ ਦਿਓ, ਲੇਕਿਨ ਉਹਦਾ ਕੋਈ ਐਂਡ ਨਹੀਂ ਹੈ। ਉਹ ਨੈਵਰ ਐਂਡਿੰਗ ਫਿਨੋਮੇਨਾ। ਤੁਸੀਂ ਕਿੰਨਾ ਕੁ ਕਰੋਗੇ, ਪਤਾ ਲੱਗੇਗਾ ਕਿ ਤੁਹਾਨੂੰ 2 ਪਲੈਨਟ ਚਾਹੀਦੇ ਨੇ, ਇੱਕ ਪਲੈਨਟ ਰਹਿਣ ਵਾਸਤੇ ਔਰ ਦੂਸਰੇ ਪਲੈਨਟ ਪਾਰਕਿੰਗ ਵਾਸਤੇ। ਜਿਹੜਾ ਐਕਚੁਅਲੀ ਇਹਦਾ ਸੋਲੂਸ਼ਨ ਹੈ ਉਹ ਸਪਲਾਈ ਮੈਨੇਜਮੈਂਟ ਹੈ ਕਿ ਅਸੀਂ ਸਪਲਾਈ ਕੰਟਰੋਲ ਕਰਨੀ ਹੈ, ਅਸੀਂ ਫੈਸਿਲੀਟੇਟ ਨਹੀਂ ਕਰਨਾ। ਅਸੀਂ ਚਾਹੁੰਦੇ ਕਿ ਘੱਟੋ ਘੱਟ ਪਰਸਨਲ ਵਹੀਕਲ ਗੱਡੀਆਂ 'ਤੇ ਆਉਣ ਔਰ ਜ਼ਿਆਦਾ ਤੋਂ ਜ਼ਿਆਦਾ ਲੋਕ ਪਬਲਿਕ ਟਰਾਂਸਪੋਰਟ 'ਚ ਟਰੈਵਲ ਕਰਨ। ਤਾਂ ਈਵਨ ਔਡ ਨੰਬਰ ਇਜ਼ ਗੁੱਡ, ਲੇਕਿਨ ਉਹਨੂੰ ਥੋੜ੍ਹਾ ਜਿਹਾ ਉਹਦੀ ਟੋਟਲ ਡਿਟੇਲਿੰਗ 'ਚ ਦੇਖਣ ਦੀ ਜ਼ਰੂਰਤ ਹੈ ਕਿ ਇੱਕ ਆਦਮੀ ਅਗਰ ਰਾਤ ਨੂੰ ਜਾ ਰਿਹਾ ਤਾਂ ਅਗਲੇ ਦਿਨ ਉਹਨੇ ਵਾਪਸ ਆਉਣਾ ਨਾਈਟ ਡਿਊਟੀ ਕਰਕੇ, ਕਿਉਂਕਿ ਦਿੱਲੀ 24 ਘੰਟੇ ਵਾਲਾ ਸ਼ਹਿਰ ਹੈ, ਤਾਂ ਅਗਲੇ ਦਿਨ ਉਹ ਡੇ ਚੇਂਜ ਹੋ ਜਾਂਦਾ ਤਾਂ ਦੈਨ ਉਹ ਕਿਸ ਤਰ੍ਹਾਂ ਟਰੈਵਲ ਕਰੇਗਾ। ਔਰ ਓਵਰਆਲ ਇਹ ਸਾਰਾ ਕਰਨ ਤੋਂ ਬਾਅਦ ਕਿੰਨੀਆਂ ਕਾਰਾਂ ਨੇ, ਅਗਰ 27 ਲੱਖ ਕਾਰਾਂ ਅਗਰ ਦਿੱਲੀ ਦੀਆਂ ਸੜਕਾਂ 'ਤੇ ਚੱਲ ਰਹੀਆਂ ਨੇ ਇਸ ਟਾਈਮ, ਤਾਂ ਉਹਦਾ ਕਿੰਨੇ % ਨਾਲ ਕਿੰਨਾ ਕੁ ਅਸਰ ਪਏਗਾ, ਤਾਂ ਮੈਨੂੰ ਲੱਗਦਾ ਕੁਛ ਉਹਨੂੰ ਫਾਈਨ ਟਿਊਨ ਕਰਨ ਦੀ ਜ਼ਰੂਰਤ ਹੈ ਓਵਰਆਲ, ਕਿਉਂਕਿ ਇਹ ਸਾਡੀ ਸਪਲਾਈ ਮੈਨੇਜਮੈਂਟ ਦਾ ਹਿੱਸਾ ਕਿ ਅਸੀਂ ਕਹਿੰਦੇ ਕਿ ਸਪਲਾਈ ਹੀ ਕੰਟਰੋਲ ਕਰਨ ਦੀ ਜਾ ਰਹੇ ਹਾਂ। ਤਾਂ ਐਨੀ ਸਟੈਪ ਵਿਚ ਇਜ਼ ਕੰਟਰੋਲਿੰਗ ਦਾ ਸਪਲਾਈ ਆਫ ਵਹੀਕਲ ਇਜ਼ ਅ ਵੈਲਕਮਿੰਗ ਸਟੈਪ। ਪੋਲਿਊਸ਼ਨ ਦੇ ਖਿਲਾਫ ਜੰਗ ਦੇ ਵਿੱਚ ਇੱਕੋ ਇੱਕ ਹਿੱਟ ਫਾਰਮੂਲਾ ਹੈ, ਉਹ ਹੈਗਾ ਕਿ ਆਮ ਜਨ ਜਿਹੜੇ ਨੇ ਉਸ ਦੇ ਲਈ ਅਵੇਅਰ ਰਹਿਣ। ਪੋਲਿਊਸ਼ਨ ਨੂੰ ਘੱਟ ਤੋਂ ਘੱਟ ਕਰਨ ਦੇ ਲਈ ਅਸੀਂ ਕੋਈ ਨਾ ਕੋਈ ਯੋਗਦਾਨ ਜਿਹੜਾ ਇਸ ਦੇ ਵਿੱਚ ਪਾਈਏ। ਜਿਹੜੀ ਗੱਡੀਆਂ ਨੂੰ ਅਸੀਂ ਆਪਣਾ ਸਟੇਟਸ ਸਿੰਬਲ ਬਣਾ ਲਿਆ, ਉਸ ਤੋਂ ਬਾਹਰ ਨਿਕਲੀਏ, ਜਿੰਨਾ ਜ਼ਿਆਦਾ ਤੋਂ ਜ਼ਿਆਦਾ ਅਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰ ਸਕਦੇ ਆ ਉਹ ਕਰੀਏ। ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਜਨ ਅੰਦੋਲਨ ਜਿਹੜਾ ਵੈ ਸਾਡੇ ਲੈਵਲ ਦੇ ਉੱਤੇ ਜਿਹੜਾ ਛਿੜੇ ਤਾਂ ਕਿ ਪੋਲਿਊਸ਼ਨ ਦੇ ਖਿਲਾਫ ਜਿਹੜੀ ਜੰਗ ਹੈ ਉਹ ਸਾਰਥਕ ਹੋ ਸਕੇ।